9 ਮਹੀਨੇ ਅੰਦੋਲਨ ਚੱਲਿਆ ਤੇ ਅਖੀਰ ਸਰਕਾਰ ਨੂੰ ਝੁਕਣਾ ਪਿਆ। 2 ਸਾਲ ਅੰਦੋਲਨ ਚੱਲਿਆ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਦਾ ਤੇ 2 ਸਾਲ ਬਾਅਦ ਚਾਬੀਆਂ ਮਿਲੀਆਂ। ਅੰਦੋਲਨ ਛੇਤੀ ਕੀਤੇ। ਮੈਂ ਕੱਲ ਵੀ ਗੱਲ ਕੀਤੀ ਸੀ, ਜਿਨ੍ਹਾਂ ਲੋਕਾਂ ਨਾਲ ਤੁਸੀਂ ਲੜ ਰਹੇ ਹੋ ਉਹ ਲੋਕ ਕੌਣ ਨੇ, ਉਹਨਾਂ ਨੂੰ ਪਹਿਚਾਣ ਕੇ ਫਿਰ ਜਾ ਕੇ ਅੰਦੋਲਨ ਦੇ ਵਾਸਤੇ ਰੂਪਰੇਖਾ ਤਿਆਰ ਹੁੰਦੀ ਹੈ। ਗਾਜੀਪੁਰ ਬਾਰਡਰ ਦੀ ਗੱਲ ਕਰੀਏ, ਉੱਥੇ ਵੀ ਦੁਬਾਰਾ ਫਿਰ ਉੱਤਰਾਖੰਡ ਤੋਂ ਤੁਹਾਡੇ ਵੀਰ ਦਸਤਾਰਾਂ ਨੂੰ ਧਾਰਨ ਕਰਨ ਵਾਲਿਆਂ ਨੇ ਆ ਕੇ ਮੋਰਚੇ ਨੂੰ ਵੱਡੀ ਪੱਧਰ ਦੇ ਉੱਤੇ ਫਿਰ ਉਹਨੂੰ ਬਲ ਦਿੱਤਾ ਤੇ ਸਾਂਭਿਆ ਹੋਇਆ ਹੈ। ਪਿਛਲੇ ਦਿਨਾਂ ਦੇ ਵਿੱਚ ਜੇਪੀ ਨੱਡਾ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਬੀਜੇਪੀ ਦੀ, ਤੇ ਉਸ ਮੀਟਿੰਗ ਦੇ ਦੌਰਾਨ ਪਹਿਲਾਂ ਤਾਂ ਇਹ ਭਰਮ ਫੈਲਾਇਆ ਗਿਆ ਫੇਸਬੁੱਕ ਦੇ ਜ਼ਰੀਏ ਦੇ ਰਾਹੀਂ ਕਿ ਯੂਪੀ ਤੇ ਯੂਪੀ ਤੇ ਹਰਿਆਣੇ ਦੇ ਕਿਸਾਨਾਂ ਦੇ ਨਾਲ ਬੀਜੇਪੀ ਦੀ ਹਾਈ ਕਮਾਂਡ ਮੀਟਿੰਗ ਕਰ ਰਹੀ ਹੈ। ਲੇਕਿਨ ਅੱਜ ਕਿਉਂ ਨਹੀਂ ਲਿਆ ਭਲਾ? ਉਸ ਵੇਲੇ ਸਰਕਾਰ ਸਮਝਦੀ ਸੀ ਕਿ ਕਿੰਨੀਆਂ ਕਾ ਸੀਟਾਂ, 20-22 ਸੀਟਾਂ, ਕੀ ਵੈਲਿਊ ਹੈ ਇਹਨਾਂ ਦੀ। ਲੇਕਿਨ ਅੱਜ ਜਦੋਂ ਯੂਪੀ ਦੇ ਵਿੱਚ ਸਰਕਾਰ ਦੇ ਗਲਮੇ ਨੂੰ ਹੱਥ ਪੈਂਦਾ ਨਜ਼ਰ ਆ ਰਿਹਾ ਹੈ, ਅੱਜ ਮੀਟਿੰਗਾਂ ਹੋਣੀਆਂ ਸ਼ੁਰੂ ਹੋਈਆਂ। ਸਰਕਾਰ ਨੂੰ ਚਿੰਤਾ ਹੋਈ ਆ ਹੁਣ ਇਸ ਗੱਲ ਦੀ ਕਿ ਜਿਵੇਂ ਜਿਵੇਂ ਇਹ ਅੰਦੋਲਨ, ਜਿਵੇਂ ਪਾਣੀ ਦੇ ਉੱਤੇ ਮਿੱਟੀ ਦੇ ਤੇਲ ਦਾ ਇੱਕ ਤੁਪਕਾ ਸਿੱਟ ਦਈਏ ਤੇ ਜਿੱਥੋਂ ਤੱਕ ਪਾਣੀ ਦੀ ਸਤ੍ਹਾ ਹੈ ਉੱਥੋਂ ਤੱਕ ਉਹ ਜਾ ਕੇ ਤੇਲ ਜਾਂਦਾ ਪਹੁੰਚਦਾ ਹੈ। ਇਹ ਉਹੀ ਗੱਲ ਹੈ। ਇਹ ਅੰਦੋਲਨ ਭਾਵੇਂ ਪੰਜਾਬ ਤੋਂ ਸ਼ੁਰੂ ਹੋਇਆ ਹੈ, ਭਾਵੇਂ ਹਰਿਆਣੇ ਨੇ ਵੱਡੀ ਪੱਧਰ ਦੇ ਉੱਤੇ ਸਹਿਯੋਗ ਦੇ ਕੇ ਅੰਦੋਲਨ ਨੂੰ ਇੱਥੇ ਲੈ ਕੇ ਆਂਦਾ ਹੈ, ਪਰ ਇਹ ਇਕੱਲੇ ਪੰਜਾਬ ਤੇ ਹਰਿਆਣੇ ਦਾ ਨਹੀਂ ਰਿਹਾ। ਅੱਜ ਪੂਰੇ ਦੇਸ਼ ਦਾ ਅੰਦੋਲਨ ਬਣਦਾ ਜਾ ਰਿਹਾ ਹੈ, ਕਿਉਂਕਿ ਜਿਵੇਂ ਜਿਵੇਂ ਬੀਜੇਪੀ ਦਾ ਗ੍ਰਾਫ ਡਾਊਨ ਹੋਣਾ ਹੈ, ਉਵੇਂ ਉਵੇਂ ਤੁਹਾਡੇ ਅੰਦੋਲਨ ਦੀ ਨੇ ਜਿੱਤ ਵੱਲ ਨੂੰ ਵਧਣਾ ਹੈ। ਔਰ ਜਿਵੇਂ ਅੱਜ ਯੂਪੀ ਤੇ ਰਾਜਸਥਾਨ ਤੋਂ ਸਹਿਯੋਗ ਮਿਲਣਾ ਸ਼ੁਰੂ ਹੋਇਆ ਹੈ, ਇਹ ਬਹੁਤੇ ਦਿਨ ਨਹੀਂ ਲੱਗਣੇ। ਥੋੜੇ ਦਿਨਾਂ ਦੇ ਵਿੱਚ ਹੀ ਸਰਕਾਰ ਨੂੰ ਮਜਬੂਰ ਹੋਣਾ ਪੈਣਾ ਕਿ ਤੁਹਾਡੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ। ਸਾਡਾ ਲਗਭਗ 150 ਦੇ ਕਰੀਬ ਵਕੀਲ ਆ। ਇੱਥੇ ਇਨਫੋਰਮੇਸ਼ਨ ਗਲਤ ਆ ਗਈ, ਪਤਾ ਨਹੀਂ ਕਿਸ ਢੰਗ ਚੋਂ ਕਿੱਥੋਂ ਆਈ ਆ ਉਹ, ਕਿ 5 ਵਕੀਲ ਜਾਂ 7 ਵਕੀਲ, 150 ਵਕੀਲ ਲੱਗਿਆ ਹੋਇਆ ਹੈ। ਸਾਡੇ ਉਹ ਨੌਜਵਾਨ ਜਿਹੜੇ ਸਾਡੇ ਵੀਰ ਕਿਸਾਨ ਭਰਾ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਨੂੰ ਰਿਹਾ ਕਰਾਉਣ ਵਾਸਤੇ 150 ਵਕੀਲਾਂ ਦਾ ਪੈਨਲ ਇਹ ਲਗਾਤਾਰ ਇਸ ਚੀਜ਼ ਦੇ ਉੱਤੇ ਮਿਹਨਤ ਕਰ ਰਿਹਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਉਹ ਜਿਹੜੇ ਵੀਰ ਗਏ ਨੇ ਜੇਲ੍ਹਾਂ ਦੇ ਵਿੱਚ, ਉਹ ਜੇਲ੍ਹਾਂ ਚੋਂ ਬਾਹਰ ਆਉਣ। ਜਦੋਂ ਅੰਦੋਲਨ ਕਰੀਦਾ ਹੈ, ਅੰਦੋਲਨ ਦੇ ਵਿੱਚ ਜਿਹੜਾ ਮੰਗ ਪੱਤਰ ਦੇਈਦਾ ਹੈ, ਉਸ ਮੰਗ ਪੱਤਰ ਦੀਆਂ ਮੰਗਾਂ ਦੇ ਚੁਪਿਰਦੇ ਹੀ ਉਹਨਾਂ ਦੇ ਦੁਆਲੇ ਹੀ ਲੜਾਈ ਲੜੀ ਜਾਂਦੀ ਹੁੰਦੀ ਹੈ। ਇਸ ਕਰਕੇ ਸਰਕਾਰ, ਜੇ ਅਸੀਂ ਮਾੜੀ ਜੀ ਵੀ ਮੰਗ ਆਪਾਂ ਨਵੀਂ ਹੋਰ ਵਿੱਚ ਪਾਵਾਂਗੇ ਤਾਂ ਸਰਕਾਰ ਨੂੰ ਮੌਕਾ ਮਿਲਣਾ ਜੀ। ਦੇਖੋ ਅਸੀਂ ਇਹਨਾਂ ਦੀ ਆਹ ਮੰਨਦੇ ਆ, ਇਹ ਇੱਕ ਨਵੀਂ ਹੋਰ ਰੱਖ ਦਿੰਦੇ ਆ। ਅਸੀਂ ਇਹਨਾਂ ਦੀ ਆਹ ਮੰਨਦੇ ਆ, ਆਹ ਇੱਕ ਨਵੀਂ ਹੋਰ ਰੱਖ ਦਿੰਦੇ ਆ। ਪਰਮ ਸਤਿਕਾਰਯੋਗ ਮੇਰੇ ਬਹੁਤ ਹੀ ਪਿਆਰੇ ਜੁਝਾਰੂ ਨੌਜਵਾਨ ਬਜ਼ੁਰਗ ਕਿਸਾਨ ਵੀਰੋ ਤੇ ਮੇਰੀਆਂ ਸਤਿਕਾਰਯੋਗ ਭੈਣਾਂ, ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਲਗਾਤਾਰ ਲੰਬੇ ਸਮੇਂ ਤੋਂ ਇਸ ਅੰਦੋਲਨ ਦੇ ਵਿੱਚ ਜੁਟੇ ਹੋਏ ਆ। ਅੱਗੇ ਵੀ 2-3 ਵਾਰੀ ਇਹ ਗੱਲ ਹੋਈ ਹੈ ਕਿ ਕਈ ਵਾਰੀ ਅੰਦੋਲਨ ਕਰਨ ਵਾਲੇ ਵੀਰਾਂ ਦੇ ਵਿੱਚ, ਕਿਉਂਕਿ ਆਪਾਂ ਸਾਰੇ ਇੱਕੋ ਵਿਚਾਰਧਾਰਾ ਦੇ ਨਹੀਂ ਹੁੰਦੇ, ਸਾਰਿਆਂ ਦੇ ਇੱਕੋ ਜਿਹੇ ਖਿਆਲ ਨਹੀਂ ਹੁੰਦੇ, ਪਰ ਸਾਨੂੰ ਅੰਦੋਲਨ ਕਰਦਿਆਂ
ਬਹੁਤ ਸਾਰੇ ਪੱਖਾਂ ਦੇ ਉੱਤੇ ਨਿਗਾਹ ਮਾਰ ਕੇ ਧਿਆਨ ਦੇ ਕੇ ਤੇ ਫਿਰ ਅਗਰ ਅੰਦੋਲਨ ਨੂੰ ਤੋਰਿਆ ਜਾਵੇ ਤਾਂ ਮੈਨੂੰ ਲੱਗਦਾ ਅੰਦੋਲਨ ਛੇਤੀ ਤੇ ਵਧੀਆ ਢੰਗ ਦੇ ਨਾਲ ਸਫਲਤਾ ਵੱਲ ਨੂੰ ਵੱਧਦਾ ਹੈ। ਅੱਗੇ ਮੈਂ ਇੱਕ ਦੋ ਵਾਰੀ ਗੱਲ ਕੀਤੀ ਹੈ ਕਿ ਚਾਚਾ ਅਜੀਤ ਸਿੰਘ ਨੇ 9 ਮਹੀਨੇ ਅੰਦੋਲਨ ਲੜਿਆ। ਇਹ ਮੇਰਾ ਖਿਆਲ ਹੈ ਸਾਰੇ ਸਾਥੀਆਂ ਨੂੰ ਪਤਾ ਲੱਗ ਗਿਆ ਹੋਣਾ ਹੈ। ਇਹੋ ਜਿਹਾ ਹੀ ਅੰਦੋਲਨ ਉਹੀ ਸੀ, ਇਹਨਾਂ ਕਾਨੂੰਨਾਂ ਦੇ ਖਿਲਾਫ ਹੀ ਅੰਦੋਲਨ ਲੜਿਆ ਸੀਗਾ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਨੇ 9 ਮਹੀਨੇ ਅੰਦੋਲਨ ਚੱਲਿਆ ਤੇ ਅਖੀਰ ਸਰਕਾਰ ਨੂੰ ਝੁਕਣਾ ਪਿਆ। 2 ਸਾਲ ਅੰਦੋਲਨ ਚੱਲਿਆ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਦਾ ਤੇ 2 ਸਾਲ ਬਾਅਦ ਚਾਬੀਆਂ ਮਿਲੀਆਂ। ਅੰਦੋਲਨ ਛੇਤੀ ਕੀਤੇ। ਮੈਂ ਕੱਲ ਵੀ ਗੱਲ ਕੀਤੀ ਸੀ, ਜਿਨ੍ਹਾਂ ਲੋਕਾਂ ਨਾਲ ਤੁਸੀਂ ਲੜ ਰਹੇ ਹੋ ਉਹ ਲੋਕ ਕੌਣ ਨੇ, ਉਹਨਾਂ ਨੂੰ ਪਹਿਚਾਣ ਕੇ ਫਿਰ ਜਾ ਕੇ ਅੰਦੋਲਨ ਦੇ ਵਾਸਤੇ ਰੂਪਰੇਖਾ ਤਿਆਰ ਹੁੰਦੀ ਹੈ। ਸੋ ਇਸ ਲਈ ਸਭ ਤੋਂ ਇੰਪੋਰਟੈਂਟ ਗੱਲ ਅੰਦੋਲਨ ਦੇ ਚੱਲਦਿਆਂ ਜਿਹੜੀ ਵੇਖਣ ਵਾਲੀ ਹੈ ਉਹ ਇਹ ਵੇਖਣ ਵਾਲੀ ਹੈ ਕਿ ਆ ਜਿਹੜੇ ਤੁਸੀਂ ਵੀਰ ਬੈਠੇ ਹੋ, ਦਸਤਾਰ ਧਾਰ ਕੇ ਬੈਠੇ ਹੋ, ਦਸਤਾਰਧਾਰੀ ਵੀਰ ਬੈਠੇ ਹੋ, ਉਹ ਜੇਕਰ ਗਾਜੀਪੁਰ ਬਾਰਡਰ ਦੀ ਗੱਲ ਕਰੀਏ ਉੱਥੇ ਵੀ ਦੁਬਾਰਾ ਫਿਰ ਉੱਤਰਾਖੰਡ ਤੋਂ ਤੁਹਾਡੇ ਵੀਰ ਦਸਤਾਰਾਂ ਨੂੰ ਧਾਰਨ ਕਰਨ ਵਾਲਿਆਂ ਨੇ ਆ ਕੇ ਮੋਰਚੇ ਨੂੰ ਵੱਡੀ ਪੱਧਰ ਦੇ ਉੱਤੇ ਫਿਰ ਉਹਨੂੰ ਬਲ ਦਿੱਤਾ ਤੇ ਸਾਂਭਿਆ ਹੋਇਆ ਹੈ। ਤਾਂ ਮੇਰੀ ਬੇਨਤੀ ਹੈ ਕਿ ਵਰਲਡ ਦੇ ਵਿੱਚ ਦੇਸ਼ ਦੇ ਅੰਦਰ ਜੋ ਦਸਤਾਰ ਦੀ ਸਤਿਕਾਰ ਰਿਸਪੈਕਟ ਬਣੀ ਹੈ, ਇਸ ਨੂੰ ਹੋਰ ਉੱਚਾ ਤੇ ਸਿਖਰਾਂ ਤੱਕ ਲੈ ਕੇ ਜਾਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਨਾਲ ਦੀ ਨਾਲ ਅੰਦੋਲਨ ਜਿੱਤਣ ਦੇ ਲਈ ਕੁਝ ਪੱਖ ਇਹੋ ਜਿਹੇ ਨੇ ਜਿਨ੍ਹਾਂ ਤੇ ਨਿਗਾਹ ਮਾਰਨੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਨਿਗਾਹ ਮਾਰਦੇ ਰਹਿਣਾ ਚਾਹੀਦਾ ਹੈ। ਪਿਛਲੇ ਦਿਨਾਂ ਦੇ ਵਿੱਚ ਜੇਪੀ ਨੱਡਾ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਬੀਜੇਪੀ ਦੀ ਤੇ ਉਸ ਮੀਟਿੰਗ ਦੇ ਦੌਰਾਨ ਪਹਿਲਾਂ ਤਾਂ ਇਹ ਭਰਮ ਫੈਲਾਇਆ ਗਿਆ ਫੇਸਬੁੱਕ ਦੇ ਜ਼ਰੀਏ ਦੇ ਰਾਹੀਂ ਕਿ ਯੂਪੀ ਤੇ ਯੂਪੀ ਤੇ ਹਰਿਆਣੇ ਦੇ ਕਿਸਾਨਾਂ ਦੇ ਨਾਲ ਬੀਜੇਪੀ ਦੀ ਹਾਈ ਕਮਾਂਡ ਮੀਟਿੰਗ ਕਰ ਰਹੀ ਹੈ। ਉਹ ਇੱਕ ਤਰ੍ਹਾਂ ਦਾ ਤੁਹਾਡੇ ਵਿੱਚ ਭਰਮ ਫੈਲਾਉਣ ਵਾਲੀ ਗੱਲ ਸੀਗੀ ਕਿ ਕਿਸਾਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਹੋ ਹੱਲਾ ਬਣ ਜਾਏ ਵੀ ਪਤਾ ਨਹੀਂ ਕੋਈ ਕਿਸਾਨ ਲੀਡਰ ਯੂਪੀ ਵਾਲੇ ਕੋਈ ਵੱਖਰੀ ਮੀਟਿੰਗ ਕਰ ਰਹੇ ਹੋਣ ਜਾਂ ਹਰਿਆਣੇ ਵਾਲੇ ਵੱਖਰੀ ਕਰ ਰਹੇ ਹੋਣ। ਐਸੀ ਕੋਈ ਗੱਲ ਨਹੀਂ ਸੀ। ਉਹ ਮੀਟਿੰਗ ਸੀਗੀ ਕੇਵਲ ਉਹਨਾਂ ਦੇ ਆਪਦੇ ਕਿਸਾਨ ਸੈੱਲਾਂ ਦੀ, ਕਹਿਣ ਤੋਂ ਭਾਵ ਬੀਜੇਪੀ ਦੀ ਹੀ ਮੀਟਿੰਗ ਸੀ ਉਹ। ਪਰ ਸਵਾਲ ਇਸ ਗੱਲ ਦਾ ਹੈ, ਇਸ ਗੱਲ ਦਾ ਮਤਲਬ ਨਹੀਂ ਕਿ ਮੀਟਿੰਗ ਕਿਹਦੀ ਸੀ। ਸਵਾਲ ਇਸ ਗੱਲ ਦਾ ਹੈ ਕਿ ਮੀਟਿੰਗ ਹੋਈ ਕਿਉਂ, ਮੀਟਿੰਗ ਕਰਨੀ ਕਿਉਂ ਪਈ। ਉਹ ਮੀਟਿੰਗਾਂ ਇਸ ਵਾਸਤੇ ਹੋ ਰਹੀਆਂ ਪਿਆਰਿਓ ਕਿ ਜਿਵੇਂ ਵੱਡੀ ਪੱਧਰ ਦੇ ਉੱਤੇ ਇਹ ਅੰਦੋਲਨ ਉਹਨਾਂ ਸਟੇਟਾਂ ਵੱਲ ਨੂੰ ਵੱਧ ਰਿਹਾ ਹੈ ਜਿਹੜੀਆਂ ਸਟੇਟਾਂ ਰਾਜ ਸੱਤਾ ਦਾ ਪਲਟਾ ਦੇਣ ਦੀਆਂ ਸਮਰੱਥ ਨੇ, ਜਿਨ੍ਹਾਂ ਦੇ ਵਿੱਚੋਂ ਯੂਪੀ ਦੀ ਜੇ ਗੱਲ ਕਰ ਲਈਏ ਤਾਂ ਇੱਕ ਬਹੁਤ ਵੱਡੀ ਉਹ ਸਟੇਟ ਹੈ। ਰਾਜਸਥਾਨ ਬਹੁਤ ਵੱਡੀ ਸਟੇਟ ਹੈ। ਜਿਸ ਵੇਲੇ ਅੰਦੋਲਨ ਪੰਜਾਬ ਦੇ ਵਿੱਚ ਲੜ ਰਹੇ ਸੀ, ਹਰਿਆਣੇ ਦੇ ਨਾਲ ਰਲ ਕੇ ਲੜਨ ਦਾ ਯਤਨ ਕੀਤਾ। ਆ ਗੱਲ ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰਦਾ ਕਿਉਂਕਿ ਬਹੁਤ ਸਾਰੇ ਵੀਰਾਂ ਨੂੰ ਪਤਾ ਨਹੀਂ ਹੁੰਦਾ। ਅਸੀਂ ਸੋਚਿਆ ਸੀਗਾ ਕਿ ਸਰਕਾਰ ਇਹਨੂੰ ਕਹੇਗੀ ਕਿ ਕੇਵਲ ਪੰਜਾਬ ਦਾ ਅੰਦੋਲਨ ਹੈ, ਕੇਵਲ ਸਿੱਖਾਂ ਦਾ ਅੰਦੋਲਨ ਹੈ। ਤੇ ਜਦੋਂ ਹਰਿਆਣਾ ਵੀ ਤੁਹਾਡੇ ਨਾਲ ਜੁੜ ਕੇ ਖੜਾ ਹੋਇਆ ਉਦੋਂ ਤੱਕ ਵੀ ਸਰਕਾਰ ਇਹੀ ਕਹਿੰਦੀ ਰਹੀ ਕਿ ਇਹ ਅੰਦੋਲਨ ਕੇਵਲ ਪੰਜਾਬ ਦਾ, ਹਰਿਆਣੇ ਦਾ ਨਾਂ ਨਹੀਂ ਲਿਆ। ਲੇਕਿਨ ਅੱਜ ਕਿਉਂ ਨਹੀਂ ਲਿਆ ਭਲਾ? ਉਸ ਵੇਲੇ ਸਰਕਾਰ ਸਮਝਦੀ ਸੀ ਕਿ ਕਿੰਨੀਆਂ ਕਾ ਸੀਟਾਂ, 20-22 ਸੀਟਾਂ, ਕੀ ਵੈਲਿਊ ਹੈ ਇਹਨਾਂ ਦੀ। ਲੇਕਿਨ ਅੱਜ ਜਦੋਂ ਯੂਪੀ ਦੇ ਵਿੱਚ ਸਰਕਾਰ ਦੇ ਗਲਮੇ ਨੂੰ ਹੱਥ ਪੈਂਦਾ ਨਜ਼ਰ ਆ ਰਿਹਾ ਹੈ, ਅੱਜ ਮੀਟਿੰਗਾਂ ਹੋਣੀਆਂ ਸ਼ੁਰੂ ਹੋਈਆਂ। ਸਰਕਾਰ ਨੂੰ ਚਿੰਤਾ ਹੋਈ ਆ ਹੁਣ ਇਸ ਗੱਲ ਦੀ
कि जिमें जिमें ये अंदोलन जिमें पानी दे उत्ते मिट्टी दे तेल का एक तुपका सिट दिए तो जिथों तक पानी की सतह है उत्थों तक वो जाके तेल जांदा पहुँचता है। ये उही गल है। ये अंदोलन भावें पंजाब तो शुरू होया है, भावें हरियाणे ने बड़ी पद्धर के उत्ते सहयोग दे के अंदोलन नूं इत्थे लैके आंदा है, पर यह कल्ले पंजाब ते हरियाणे का नहीं रहा। अज पूरे देश का अंदोलन बनता जा रहा है। तो मेरे दोस्तों, मजबूरी बस ਉਹ सरकार नूं तुहाडी इस सारे दे सारे प्रतिक्रम दे उत्ते सारी दी सारी कहानी दे उत्ते मीटिंगां करनियां पै रहीआं, सोचना पै रहा है। बहुत वड्डी पद्धर दे उत्ते सरकार दे अंदर भय बन चुकिया तुहाडा। सो इसलिए दृढ़ इरादे दे नाल दृढ़ता दे नाल बैठ के अंदोलन नूं जितण दी भावना बना के, क्योंकि जिमें जिमें बीजेपी का ग्राफ डाउन होना है उवें उवें तुहाडे अंदोलन दी ने जित वल नूं वधना है। और जिमें अज यूपी ते राजस्थान तो सहयोग मिलना शुरू होया है, ये बहुते दिन नहीं लगने, थोड़े दिनों दे विच ही सरकार नूं मजबूर होना पैना है कि तुहाडे इन्हां कानूनां नूं रद्द करन दे लई एकजुट होके एक आवाज़ बन के सानू इन्हां कानूनां नूं रद्द कराउण दे लई मन तकड़ा करके बैठण दी लोड़ है। मेरे दोस्तों, साडा लगभग 150 के करीब वकील है। इत्थे इन्फॉर्मेशन गलत आ गई, पता नहीं किस ढंग चों कित्थों आई आ हो कि 5 वकील या 7 वकील, 150 वकील लग्या होया है। साडे वो नौजवान जिहड़े साडे वीर किसान भरा जेलों दे विच बंद ने, उन्हां नूं रिहा कराउण वास्ते 150 वकीलों का पैनल ये लगातार इस चीज़ के उत्ते मेहनत कर रहा है कि किसी भी तरीके दे नाल साडे वो जिहड़े वीर गए ने जेलों दे विच, वो जेलों चों बाहर आउण ताकि उन्हां परिवारां नूं शांति आवे। जिन्हां दे वो बच्चे ने, जिन्हां दे वो वीर ने, उन्हां दे वास्ते कि एक बारी इन्ना कि जरूर साडा ध्यान उधरले पासे नूं है कि असी साडे उन्हां वीरां नूं एक बारी बाहर लैके आईए। उस तो बाद अंदोलन अगले पड़ाव वाल नूं लैके चलांगे। कोई इहो जी गल नहीं है। जिस तरह वख-वख स्टेटां दे विच महापंचायतां जिवें यूपी च हो रही हैं, राजस्थान दे विच भी महापंचायत का प्रोग्राम है। लगदा वेखण वालिआं नूं कि ये शायद राजनीति हुंदी होवे। राजनीति करन वाले राजनीति भी करनगे, कोई दो रावां नहीं इहदे च। पर मैं एक बेनती करा भरावो, ये जड़ियां महापंचायतां दे जिन्हां दे विच 50-50, 60-60, 70-70 हज़ार किसानां दा इकट्ठ हो रहा है, एक सुनेहा दे रहा है दिल्ली दे तख्त नूं कि अगर तुसीं कानून रद्द ना कीते तो सारे दे सारे राज, अज में बाबा जी ने गल कीती सी जथेदार जी ने कि फिर कल्ला मोदी रह जू, बाकी सारे दा सारा मगर खात्मा हो जूगा। एक इहो जिहा सुनेहा जा रहा है इन्हां महापंचायतां दे राही। सो इस करके सानू सारिआं नूं एकजुटता रखण दी और उहदे ते दृढ़ इरादे दे नाल बैठण दी लोड़ है। सो ये मैं बहुता समा ना लैंदा होया, कानून रद्द होने है, हर हाल च रद्द होने है, पर यह जरूर है कि सानू सारिआं नूं एकजुट होके सारिआं दा ध्यान एकजुट होके, क्योंकि मैं कल भी गल कीती सी कि बहुत विचारधारावां दे वीर इस अंदोलन दे विच शामिल ने, ਵੱਖ-ਵੱਖ विचारधारा दे वीर इस अंदोलन दे विच शामिल ने, लेकिन ईमानदारी दे नाल सच्चियों ये कानूनां नूं रद्द करवाउण दे लई अज एकजुट हो जाइए। अज कोई होर गल ना करिए, इक्को ही गल करिए तो फिर ताकि दूजियां वास्ते राह खुल जाए। अगर इत्थे असीं हार खा गए, इत्थे असीं मार खा गए तो फिर सारे राह बंद हो जाणगे, होर कोई रस्ता नहीं खुलूगा। वो रस्ते खोलण वास्ते अज तुसीं मोहरी हो, पंजाब मोहरी है, सिख चेहरे मोहरी ने, सिख मोहरी ने, पग्गा धारी मोहरी ने। इस करके इस लड़ाई नूं जितण दे लई सिर्फ ध्यान इक्को गल ते रखो कि असीं 3 कानून रद्द करवाउणे आ। इस तो सिवा
बहुत सारिया मंगां सानू बहुत वीरे कहंदे ने कि अज बड़ा मौका है जी, स्वामीनाथन की रिपोर्ट भी रखो, लोग बड़े जागे है। अज बहुत वीर सानू ये कह दिंदे ने किसानों के करजे की गल भी रखो जी, बहुत लोग जागे है। मेरे दोस्तों, ये लगती है गल ठीक है, तुहाडी गल पाएदार है, साडे आम वीरां दी गल पाएदार है, जिहड़े साडे किसानां प्रति दर्द रखते हैं, उन्हां दे अंदर ये है गल कि शायद आ भी गल अज रखिया मसला हल हो जाए। पर एक गल का पता होना चाहिए कि जो अंदोलन करीदा है, अंदोलन दे विच जिहड़ा मंग पत्र देईदा है, उस मंग पत्र दीआं मंगां दे चुपिरदे ही उन्हां दे दुआले ही लड़ाई लड़ी जाती हुंदी है। इस करके सरकार जे असीं माड़ी जी भी मंग आपां नवीं होर विच पावांगे तो सरकार नूं मौका मिलना जी, देखो असीं इन्हां दी आ मनदे आ, ये एक नवीं होर रख दिंदे है, असीं इन्हां दी आ मनदे आ एक नवीं होर रख दिंदे है। सो इस करके हुण पिछे बहुत भरम फैलाया गया। इत्थे एक बीबी आई पत्रकार मेरे कोलों रिपोर्टिंग करके लगई है, उहदा सवाल सी कि सरकार कहंदी है भी असीं कानूनां दी सौदा करन लई तैयार हैं, तुसीं क्यों नहीं मनदे। फिर कुड़ी ने गल कीती, वो बीबी सी, कहंदे सरकार कहंदी है कि 3 साल दे लई असीं होल्ड कर दिंदे, तुसीं क्यों नहीं मनदे। तां देखियो दोस्तों, जिहड़ी सौदां दी गल है, अगर सौदा हो जांदियां तो साडा रौला की है कि APMC मंडी नूं बर्बाद करन दी सरकार दी पॉलिसी है। सौदा इस कानून च जिन्नियां मर्जी कर देण, ये कानून तो जिउंदा है ना, जिन्ना चिर ये कानून मरदा नहीं, कानून खत्म नहीं हुंदा, उन्ना चिर APMC मंडी साडी जिउंदी नहीं रह सकती। इस करके मैं उस बीबी नूं भी जवाब दिता सी, ते जिहड़े होर वीरां दे मन च भी ख्याल है वो भी ये समझ लेना कि APMC मंडी नूं जिउंदियां रखण लई ये कानून खत्म होना, ये कानून दा खात्मा होना, ये कानून रिपील होना अति जरूरी है। सो इस करके सो मेरे जिहड़े पत्रकार वीर होर भी कईयां दे मनां च ख्याल हुंदे आ, इन्हां गल्लां नूं दुरुस्त करन दी लोड़ है। तां मेरे दोस्तों, यही गल होल्डिंग दे मामले ते है। अगर होल्ड करन दी गल आउंदियां गल्लां बहुत ये कि अगर 3 साल दे लई होल्ड कर देण, आउण वाली सरकार मुड़ के पंगा नहीं लैंदी, एडे वड्डे अंदोलन दे सामने सरकारां नूं खड़ना औखा। पर नहीं, देखो दोस्तों, उहनूं जिउंदा छड्डना, उस कानून नूं जिउंदा छड्डना समझ लो आपदी मौत खुद कबूल के जाण वाली गल है। इस करके साडी लड़ाई है कि कानूनां नूं रिपील करवाउणा, कानूनां नूं रद्द करवाउणा, इहदे ते लड़ रहे हैं। एकजुट होकर लड़िया जाना है। ध्यान इत्थे रखना पऊगा, मेरी हथ बन के बेनती है, ध्यान भटका के किसी होर पासे ना लेके जाइए। मंगां बहुत ने, देश दियां बहुत मंगां ने, वो सारियां मंगां एक बारी साइड ते रख के इक्को ही गल दे उत्ते है कि किसान जिउंदा किवें रहे, किसानी जिउंदी किवें रहे, साडे आम लोकां दे खाण वास्ते भोजन उन्हां तक पहुंचदा किवें रहे। लड़ाई इस गल दी है। सो इस गल नूं लैके आपां लड़ रहे हैं, एकजुट होण दा। फिर मैं भी दोबारा सुनेहा देवां मेरे दोस्तों, किसी तरह का भी होर किसी विचार नूं मूहरे लैके आउण दे नालों चंगा होएगा कि असीं पहलां इन्हां खेती कानूनां नूं रद्द करवा लईए, बाकी सारियां लड़ाइयां दे नाल फिर लड़ते रहांगे। लड़ाई पंजाब दे जुम्मे पई है, पंजाब दे जम्मियां नूं नित मुहिमां, ये लड़ाई मुक्कनी नहीं, लगातार लंबे समय तो लड़ते आ रहे हैं, लड़ना पैना, अगे भी लड़ाई जारी रहेगी। धन्यवाद। वाहिगुरू जी का खालसा, वाहिगुरू जी की फतेह।